ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਬਿਗ ਪੁਸ਼ ਥਿਊਰੀ। ਬਿਗ ਪੁਸ਼ ਥਿਊਰੀ ਰੋਜਨਸਟੀਨ ਰੋਡਾਨ ਦੀ ਥਿਊਰੀ ਹੈ। ਉਹਨਾਂ ਨੇ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿਕਾਸ ਵਾਸਤੇ ਇਹ ਥਿਊਰੀ ਦੱਸੀ ਹੈ। ਉਹਨਾਂ ਨੇ ਦੱਸਿਆ ਹੈ ਕਿ ਅੰਡਰ ਡਿਵੈਲਪਡ ਇਕੋਨਮੀਜ਼ ਨੇ ਜੇ ਆਪਣਾ ਵਿਕਾਸ ਕਰਨਾ ਹੈ ਤਾਂ ਉਹਨਾਂ ਨੂੰ ਵੱਡੇ ਸਕੇਲ ਦੇ ਉੱਤੇ ਇਨਵੈਸਟਮੈਂਟ ਕਰਨਾ ਚਾਹੀਦਾ। ਇਨਵੈਸਟਮੈਂਟ ਦੇ ਵਿੱਚ ਇੰਡੀਵਿਜ਼ੂਅਲਿਟੀਜ਼ ਪਾਈਆਂ ਜਾਂਦੀਆਂ। ਇਹਨਾਂ ਇੰਡੀਵਿਜ਼ੂਅਲਿਟੀਜ਼ ਦੇ ਕਾਰਨ ਅੰਡਰ ਡਿਵੈਲਪਡ ਇਕੋਨਮੀਜ਼ ਨੂੰ ਵੱਡੇ ਸਕੇਲ ਦੇ ਉੱਤੇ ਇਨਵੈਸਟਮੈਂਟ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਨੂੰ ਬਾਹਰੀ ਬਚਤਾਂ ਪ੍ਰਾਪਤ ਹੋ ਸਕਣ ਅਤੇ ਇਹਨਾਂ ਬਾਹਰੀ ਬਚਤਾਂ ਨੂੰ ਯੂਜ਼ ਕਰਕੇ ਇਹਨਾਂ ਬਾਹਰੀ ਬਚਤਾਂ ਦੇ ਨਾਲ ਅੱਗੇ ਹੋਰ ਇਨਵੈਸਟਮੈਂਟ ਕਰਦੇ ਰਹਿਣ ਅਤੇ ਇਕੋਨਮੀ ਹੈ ਜਿਹੜੀ ਉਹ ਗਰੋ ਕਰਦੀ ਰਹੂਗੀ। ਕੱਲ੍ਹ ਆਪਾਂ ਇੰਡੀਵਿਜ਼ੂਅਲਿਟੀਜ਼ ਬਾਰੇ ਗੱਲ ਕੀਤੀ ਸੀ। 3 ਤਰ੍ਹਾਂ ਦੀਆਂ ਇੰਡੀਵਿਜ਼ੂਅਲਿਟੀਜ਼ ਹੁੰਦੀਆਂ। ਇੰਡੀਵਿਜ਼ੂਅਲਿਟੀ ਆਫ ਪ੍ਰੋਡਕਸ਼ਨ ਫੰਕਸ਼ਨ, ਇੰਡੀਵਿਜ਼ੂਅਲਿਟੀ ਆਫ ਡਿਮਾਂਡ ਅਤੇ ਇੰਡੀਵਿਜ਼ੂਅਲਿਟੀ ਆਫ ਸਪਲਾਈ ਆਫ ਸੇਵਿੰਗਸ। ਕੱਲ੍ਹ ਆਪਾਂ ਪੜ੍ਹ ਰਹੇ ਸੀ ਇੰਡੀਵਿਜ਼ੂਅਲਿਟੀਜ਼ ਆਫ ਡਿਮਾਂਡ। ਡਿਮਾਂਡ ਦੇ ਵਿੱਚ ਇੰਡੀਵਿਜ਼ੂਅਲਿਟੀ ਪਾਈ ਜਾਂਦੀ ਹੈ, ਇਸ ਕਰਕੇ ਵੱਡੇ ਸਕੇਲ ਦੇ ਉੱਤੇ ਇਨਵੈਸਟਮੈਂਟ ਕਰਨਾ ਚਾਹੀਦਾ ਹੈ। ਵੱਡੇ ਸਕੇਲ ਦੇ ਉੱਤੇ ਇਨਵੈਸਟਮੈਂਟ ਕਰਨਾ ਜ਼ਰੂਰੀ ਹੁੰਦਾ ਹੈ। ਇੰਡੀਵਿਜ਼ੂਅਲਿਟੀ ਆਫ ਡਿਮਾਂਡ, ਇੰਡੀਵਿਜ਼ੂਅਲਿਟੀ ਆਫ ਡਿਮਾਂਡ। ਡਿਮਾਂਡ ਦੇ ਵਿੱਚ ਇੰਡੀਵਿਜ਼ੂਅਲਿਟੀ ਪਾਈ ਜਾਂਦੀ ਹੈ, ਮਤਲਬ ਇੱਕ ਇੰਡਸਟਰੀ ਦੀ ਡਿਮਾਂਡ ਉਸੇ ਇੰਡਸਟਰੀ ਦੁਆਰਾ ਪੂਰੀ ਨਹੀਂ ਕੀਤੀ ਜਾਂਦੀ। ਉਸ ਇੰਡਸਟਰੀ ਦੇ ਸਮਾਨ ਦੀ ਡਿਮਾਂਡ ਨੂੰ ਹੋਰ ਇੰਡਸਟਰੀਆਂ ਵੀ ਪੂਰੀ ਕਰਦੀਆਂ। ਹੋਰ ਇੰਡਸਟਰੀ ਦੇ ਵਿੱਚ ਜਿਹੜੇ ਲੇਬਰ ਲੱਗੇ ਹੁੰਦੇ ਆ, ਹੋਰ ਫੈਕਟਰੀ ਦੇ ਵਿੱਚ ਜਿਹੜੇ ਲੇਬਰ ਲੱਗੇ ਹੁੰਦੇ ਆ, ਉਹ ਵੀ ਪਹਿਲੀ ਫੈਕਟਰੀ ਦੇ ਸਮਾਨ ਦੀ ਡਿਮਾਂਡ ਕਰਦੀਆਂ ਤਾਂ ਜਾ ਕੇ ਸਾਰਾ ਸਮਾਨ ਹੈ ਜਿਹੜਾ ਵਿਕਦਾ ਅਤੇ ਡਿਮਾਂਡ ਅਤੇ ਸਪਲਾਈ ਇੱਕ ਦੂਜੇ ਦੇ ਬਰਾਬਰ ਹੋ ਜਾਂਦੀ ਹੈ। ਜਦੋਂ ਡਿਮਾਂਡ ਅਤੇ ਸਪਲਾਈ ਇੱਕ ਦੂਜੇ ਦੇ ਬਰਾਬਰ ਹੁੰਦੇ ਹੈ ਤਾਂ ਉਦੋਂ ਪ੍ਰੋਡਿਊਸਰ ਵਾਸਤੇ ਪ੍ਰੋਡਿਊਸ ਕਰਨਾ ਜਾਂ ਸਪਲਾਈ ਕਰਨਾ ਫਾਇਦੇਮੰਦ ਹੁੰਦਾ ਤਾਂ ਉਦੋਂ ਉਹ ਹੋਰ ਉਤਪਾਦਨ ਕਰਦੇ ਆ, ਇਨਕਰੇਜ ਹੁੰਦੇ ਆ, ਉਹਨਾਂ ਨੂੰ ਪ੍ਰੋਫਿਟ ਹੁੰਦੇ ਆ, ਇਨਕਰੇਜ ਹੁੰਦੇ ਆ ਤਾਂ ਇਸ ਕਰਕੇ ਉਹ ਅੱਗੇ ਜਾ ਕੇ ਹੋਰ ਇਨਵੈਸਟਮੈਂਟ ਕਰਦੇ ਰਹਿੰਦੇ ਆ। ਜਿੰਨਾ ਜ਼ਿਆਦਾ ਇਨਵੈਸਟਮੈਂਟ ਕੀਤਾ ਜਾਂਦਾ ਤਾਂ ਉਨੀ ਇਕੋਨਮੀ ਗਰੋ ਕਰਦੀ ਜਾਂਦੀ ਹੈ, ਉਹਨਾਂ ਉਸ ਦਾ ਵਿਕਾਸ ਹੁੰਦਾ ਜਾਂਦਾ ਹੈ। ਰੋਜਨਸਟੀਨ ਰੋਡਾਨ ਨੇ ਇਹਨੂੰ ਇੱਕ ਉਦਾਹਰਨ ਨਾਲ ਸਮਝਾਇਆ ਹੋਇਆ। ਮੰਨ ਲਓ ਇੱਕ ਇਕੋਨਮੀ ਹੈ ਜਿੱਥੇ ਲੇਬਰ ਹੈ, ਜਿਹੜੇ ਅਨਇੰਪਲਾਇਡ ਲੇਬਰ ਉਹ 1000 ਦੇ ਬਰਾਬਰ ਪਾਏ ਜਾ ਰਹੇ ਹੈ। 1000 ਲੇਬਰ ਅਨਇੰਪਲਾਇਡ ਹੈ, 1000 ਲੇਬਰ ਬੇਰੁਜ਼ਗਾਰ ਹੈ, ਇਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ ਹੋਇਆ। ਮੰਨ ਲਓ ਇੱਕ ਜੁੱਤੀਆਂ ਦੀ ਫੈਕਟਰੀ ਲਾਈ ਜਾਂਦੀ ਹੈ, ਇੱਕ ਫੈਕਟਰੀ ਲਾਈ ਜਾਂਦੀ ਹੈ, ਜੁੱਤੀਆਂ ਦੀ ਇੱਕ ਫੈਕਟਰੀ ਲਾਈ ਜਾਂਦੀ ਹੈ ਜਿਹਦੇ 'ਚ 100 ਲੇਬਰ ਨੂੰ ਕੰਮ ਮਿਲ ਜਾਂਦਾ। 100 ਲੇਬਰ ਨੂੰ ਕੰਮ ਮਿਲ ਜਾਂਦਾ ਅਤੇ ਇਹ 100 ਲੇਬਰ ਹੈ ਜਿਹੜੇ 5000 ਜੁੱਤੀਆਂ ਪ੍ਰੋਡਿਊਸ ਕਰਦੇ ਆ। ਮੰਨ ਲਓ ਇਹ ਲੇਬਰ 100 ਲੇਬਰ 5000 ਜੁੱਤੀਆਂ ਪ੍ਰੋਡਿਊਸ ਕਰਦੀ ਹੈ, ਪਰ ਇਹ 5000 ਜਿਹੜੇ ਲੇਬਰ 100 ਲੱਗੇ ਹੋਏ ਆ ਇਹ ਸਿਰਫ 100 ਜੁੱਤੀਆਂ ਹੀ ਖਰੀਦ ਸਕਦੇ ਆ। ਇਹ 100 ਜੁੱਤੀਆਂ ਹੀ ਖਰੀਦਣਗੇ। ਇੰਨੀ 5000 ਜੁੱਤੀਆਂ ਦੀ ਸਪਲਾਈ ਹੈ, 100 ਜੁੱਤੀਆਂ ਦੀ ਡਿਮਾਂਡ ਹੈ ਇਸੇ ਫੈਕਟਰੀ ਦੇ ਲੇਬਰ ਦੁਆਰਾ। ਜੇ ਇੱਕ ਫੈਕਟਰੀ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਂਦਾ ਤਾਂ ਬਾਕੀ ਜਿਹੜੀਆਂ 5200 ਜੁੱਤੀਆਂ ਬਿਨਾਂ ਵਿਕੀਆਂ ਰਹਿ ਜਾਣਗੀਆਂ, ਜਿਹਦੇ ਕਰਕੇ ਪ੍ਰੋਡਿਊਸਰ ਹੈ ਜਿਹੜਾ ਉਹਨੂੰ ਵਧੀਆ ਨਹੀਂ ਲੱਗੂਗਾ, ਉਹਦਾ ਸਮਾਨ ਨਹੀਂ ਵਿਕਿਆ, ਇਸ ਕਰਕੇ ਉਹ ਫੈਕਟਰੀ ਨੂੰ ਚਾਲੂ ਨਹੀਂ ਰੱਖ ਸਕਦਾ, ਉਸ ਨੂੰ ਆਪਣਾ ਉਤਪਾਦਨ ਬੰਦ ਕਰਨਾ ਪੈਂਦਾ। ਜਦੋਂ ਇੱਕ ਫੈਕਟਰੀ ਹੀ ਲਾਈ ਜਾਂਦੀ ਹੈ ਤਾਂ ਉਹਦਾ ਸਾਰਾ ਸਮਾਨ ਹੈ ਜਿਹੜਾ ਉਸੇ ਦੇ ਲੇਬਰ ਦੁਆਰਾ ਨਹੀਂ ਖਰੀਦਿਆ ਜਾਊਗਾ ਤਾਂ ਸਪਲਾਈ ਐਕਸੈਸ ਹੋ ਜੂਗੀ, ਸਪਲਾਈ ਵੱਧ ਜੂਗੀ, ਇਸ ਕਰਕੇ ਫੈਕਟਰੀ ਹੈ ਜਿਹੜੀ ਉਹ ਬੰਦ ਕਰਨੀ ਪਊਗੀ। ਤਾਂ ਰੋਜਨਸਟੀਨ ਰੋਡਾਨ ਨੇ ਇਹੀ ਦੱਸਿਆ ਕਿ ਜੇ ਥੋੜ੍ਹੀ ਮਾਤਰਾ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਂਦਾ ਹੈ ਜਾਂ ਇੱਕ ਫੈਕਟਰੀ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਂਦਾ ਹੈ ਤਾਂ ਇਕੋਨਮੀ ਦੇ ਵਿੱਚ ਵਾਧਾ ਨਹੀਂ ਹੋਊਗਾ, ਇਕੋਨਮੀ ਦਾ ਵਿਕਾਸ ਨਹੀਂ ਹੋਊਗਾ, ਇਕੋਨਮੀ ਦੀ ਗਰੋਥ ਹੈ ਜਿਹੜੀ ਉੱਥੇ ਹੀ ਰੁਕ ਜੂਗੀ। ਇਹ ਫੈਕਟਰੀ ਹੈ ਜਿਹੜੀ ਨਾਲ ਦੀ ਨਾਲ ਹੀ ਬੰਦ ਹੋ ਜੂਗੀ ਕਿਉਂਕਿ ਇਹਦਾ ਸਮਾਨ ਸਾਰਾ ਨਹੀਂ ਵਿਕ ਰਿਹਾ। ਤਾਂ ਰੋਜਨਸਟੀਨ ਰੋਡਾਨ ਨੇ ਇਹ ਦੱਸਿਆ ਕਿ ਜਿਹੜੀ ਡਿਮਾਂਡ ਹੈ ਉਹਨੂੰ ਦੂਜੇ ਉਦਯੋਗਾਂ ਦੁਆਰਾ ਵੀ ਪੂਰਾ ਕੀਤਾ ਜਾਂਦਾ ਹੈ। ਸਾਰੀਆਂ ਫੈਕਟਰੀਆਂ ਜਿਹੜੀਆਂ ਉਹ ਇੱਕ ਦੂਜੇ ਨੂੰ ਦੇ ਸਮਾਨ ਨੂੰ ਖਰੀਦਦੀਆਂ ਵੀ ਹੈ, ਇੱਕ ਦੂਜੇ ਨੂੰ ਸਮਾਨ ਵੇਚਦੀਆਂ ਵੀ ਹੈ, ਇੱਕ ਦੂਜੇ ਦੇ ਉੱਤੇ ਇੰਟਰਡਿਪੈਂਡੈਂਟ ਹੁੰਦੀਆਂ। ਡਿਮਾਂਡ ਵਾਸਤੇ ਇਹ ਇੱਕ ਦੂਜੇ 'ਤੇ ਇੰਡੀਪੈਂਡੈਂਟ ਹੁੰਦੀਆਂ। ਇਸ ਕਰਕੇ ਜਦੋਂ ਬਹੁਤ ਸਾਰੀਆਂ ਫੈਕਟਰੀਆਂ ਲਾਈਆਂ ਜਾਂਦੀਆਂ ਤਾਂ ਉਹਨਾਂ ਦਾ ਸਾਰਿਆਂ ਦਾ ਸਮਾਨ ਹੈ ਜਿਹੜਾ ਵਿਕ ਜਾਂਦਾ ਹੈ। ਡਿਮਾਂਡ ਅਤੇ ਸਪਲਾਈ ਇੱਕ ਦੂਜੇ ਦੇ ਬਰਾਬਰ ਹੋ ਜਾਂਦੀ ਹੈ। ਹੁਣ ਜੇ ਜੁੱਤਿਆਂ ਦੇ ਇਲਾਵਾ ਹੋਰ ਵੀ ਕੋਈ ਫੈਕਟਰੀ ਲਾਈ ਜਾਂਦੀ ਹੈ, ਮੰਨ ਲਓ ਕੱਪੜਿਆਂ ਦੀ ਫੈਕਟਰੀ ਲਾਈ ਜਾਂਦੀ ਹੈ, ਕੋਈ ਖਾਣ ਪੀਣ ਦੇ ਸਮਾਨ ਦੀ ਫੈਕਟਰੀ ਲਾਈ ਜਾਂਦੀ ਹੈ, ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਲਾਈਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਵੀ ਲੇਬਰ ਨੂੰ ਕੰਮ ਮਿਲੂਗਾ। ਉੱਥੇ ਜਿਹੜਾ ਲੇਬਰ ਹੈ ਉਸ ਨੂੰ ਆਮਦਨ ਪ੍ਰਾਪਤ ਹੋਊਗੀ, ਉਹ ਆਪਦੀ ਆਮਦਨ ਨੂੰ ਜੁੱਤੀਆਂ ਖਰੀਦਣ 'ਤੇ ਵੀ ਖਰਚ ਕਰਨਗੇ।
ਤਾਂ ਇਸ ਤਰ੍ਹਾਂ ਨਾਲ ਜੁੱਤੀਆਂ ਦੀ ਫੈਕਟਰੀ ਹੈ ਜਿਹੜੀ, ਉਹਦਾ ਸਮਾਨ ਵੀ ਵਿਕਣ ਲੱਗ ਜੂਗਾ। ਜਿਹੜੇ ਇਸ ਦੇ ਜੁੱਤੀਆਂ ਦੇ ਵਿੱਚ ਲੱਗੇ ਹੋਏ ਲੇਬਰ ਹੈ, ਇਹ ਜੁੱਤੀਆਂ ਵੀ ਖਰੀਦਣਗੇ ਤੇ ਦੂਜੀ ਫੈਕਟਰੀ ਦਾ ਸਮਾਨ ਵੀ ਖਰੀਦਣਗੇ, ਇਹ ਵੀ ਦੂਜਿਆਂ ਦਾ ਸਮਾਨ ਖਰੀਦਣਗੇ। ਇਸ ਤਰ੍ਹਾਂ ਨਾਲ ਜਿੰਨੇ ਵੀ ਲੇਬਰ ਲੱਗੇ ਹੋਏ ਆ ਫੈਕਟਰੀਆਂ ਦੇ ਵਿੱਚ, ਉਹ ਸਾਰੇ ਇੱਕ ਦੂਜੇ ਦੀ ਫੈਕਟਰੀ ਚੋਂ ਸਮਾਨ ਖਰੀਦਣਗੇ, ਇੱਕ ਦੂਜੀ ਫੈਕਟਰੀ ਤੋਂ ਸਮਾਨ ਖਰੀਦਣਗੇ। ਤਾਂ ਇਸ ਤਰ੍ਹਾਂ ਨਾਲ ਜਿੰਨੀ ਵੀ ਸਪਲਾਈ ਕੀਤੀ ਜਾਊਗੀ ਓਨੀ ਉਸ ਦੀ ਡਿਮਾਂਡ ਹੋ ਜੂਗੀ। ਤਾਂ ਅਗਲੇ ਸਾਲ ਫੇਰ ਪ੍ਰੋਡਿਊਸਰ ਹੈ ਜਿਹੜੇ ਉਹ ਉਤਪਾਦਨ ਕਰਨਗੇ, ਅਗਲੇ ਟਾਈਮ ਦੇ ਵਿੱਚ ਫੇਰ ਉਤਪਾਦਕ ਹੈ ਜਿਹੜੇ ਉਤਪਾਦਨ ਕਰਨਗੇ। ਤਾਂ ਉਤਪਾਦਨ ਹੁੰਦਾ ਰਹੂਗਾ, ਇਨਵੈਸਟਮੈਂਟ ਹੁੰਦਾ ਰਹੂਗਾ, ਤਾਂ ਇਕੋਨਮੀ ਦੀ ਗਰੋਥ ਹੈ ਜਿਹੜੀ ਉਹ ਚੱਲਦੀ ਰਹੂਗੀ। ਤਾਂ ਰੋਜਨ ਸਟੀਲ ਉਡਾਨ ਨੇ ਇਹੀ ਦੱਸਿਆ ਕਿ ਇਕੋਨਮੀ ਦੇ ਵਿੱਚ ਥੋੜ੍ਹੀ ਥੋੜ੍ਹੀ ਮਾਤਰਾ 'ਚ ਇਨਵੈਸਟਮੈਂਟ ਕਰਕੇ ਇਕੋਨਮੀ ਦਾ ਵਿਕਾਸ ਨਹੀਂ ਕੀਤਾ ਜਾ ਸਕਦਾ, ਵੱਡੇ ਲੈਵਲ ਦੇ ਉੱਤੇ ਇਨਵੈਸਟਮੈਂਟ ਕਰਨਾ ਚਾਹੀਦਾ, ਸਾਰੀਆਂ ਫੈਕਟਰੀਆਂ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੀਦਾ, ਤਾਂ ਕਿਤੇ ਜਾ ਕੇ ਇਕੋਨਮੀ ਹੈ ਜਿਹੜੀ ਉਹ ਵਿਕਸਿਤ ਹੁੰਦੀ ਹੈ, ਉਹਦਾ ਵਿਕਾਸ ਹੁੰਦਾ ਹੈ। ਅਗਲੀ ਤੀਸਰੀ ਇੰਡੀਵਿਜ਼ੀਬਿਲਟੀ ਹੈ इंडिविजिबिलिटी ऑफ सप्लाई ऑफ सेविंग्स। इंडिविजिबिलिटी ऑफ सप्लाई ऑफ सेविंग, सप्लाई ऑफ सेविंग्स। रोजन स्टील उड़ान के अकॉर्डिंग ਜਿਹੜੇ अंडर डिवेलपड इकोनमीज है ਉੱਥੇ इनकम का लेवल घट ਹੁੰਦਾ है, इनकम के लेवल घट होने करके ਉੱਥੇ बचतां घट ਹੁੰਦੀਆਂ, बचतां घट होने करके इन्वेस्टमेंट घट ਹੁੰਦਾ है। इस करके बचतां ਨੂੰ ਵਧਾਉਣ ਵਾਸਤੇ ਜ਼ਰੂਰੀ है कि इन्वेस्टमेंट ਵੱਧ ਤੋਂ ਵੱਧ ਕੀਤਾ ਜਾਵੇ। ਜਦੋਂ ਵੱਡੇ ਲੈਵਲ ਤੇ ਵੱਡੇ ਸਕੇਲ ਤੇ ਇਨਵੈਸਟਮੈਂਟ ਕੀਤਾ ਜਾਊਗਾ, ਵੱਧ ਇਨਵੈਸਟਮੈਂਟ ਕੀਤਾ ਜਾਊਗਾ, ਤਾਂ ਲੋਕਾਂ ਦੀ ਆਮਦਨ ਵਧੂਗੀ, ਆਮਦਨ ਦੇ ਵਧਣ ਨਾਲ ਸੇਵਿੰਗਸ ਵਧਣਗੀਆਂ, ਸੇਵਿੰਗ ਵਧੂਗੀ ਤਾਂ ਵੱਧ ਤੋਂ ਵੱਧ ਇਨਵੈਸਟਮੈਂਟ ਹੋਊਗਾ। ਜਿਹੜੀ ਅੱਜ ਆਮਦਨ ਵਧੂਗੀ ਅਗਲੇ ਟਾਈਮ ਦੇ ਵਿੱਚ ਜਾ ਕੇ ਉਸ ਦੇ ਨਾਲ ਸੇਵਿੰਗ ਵਧੂਗੀ। ਇਸ ਤਰ੍ਹਾਂ ਨਾਲ ਕੈਪੀਟਲ ਫਾਰਮੇਸ਼ਨ ਹੋਊਗਾ, ਇਨਵੈਸਟਮੈਂਟ ਵਧੂਗਾ। ਸੇਵਿੰਗ ਹੈ ਜਿਹੜੀ ਉਹ ਇਨਕਮ ਦੇ ਉੱਤੇ ਡਿਪੈਂਡ ਕਰਦੀ ਹੈ, ਇਸ ਕਰਕੇ ਇਨਕਮ ਨੂੰ ਵਧਾਉਣਾ ਜ਼ਰੂਰੀ ਹੈ। ਤੇ ਇਨਕਮ ਹੈ ਜਿਹੜੀ ਉਹ ਇਨਵੈਸਟਮੈਂਟ ਦੇ ਉੱਤੇ ਡਿਪੈਂਡ ਕਰਦੀ ਹੈ। ਇਨਵੈਸਟਮੈਂਟ ਜਿੰਨਾ ਜ਼ਿਆਦਾ ਹੋਊਗਾ ਇਨਕਮ ਓਨੀ ਜ਼ਿਆਦਾ ਵਧੂਗੀ, ਇਨਕਮ ਜਿੰਨੀ ਵਧੂਗੀ ਓਨੀਆਂ ਸੇਵਿੰਗਸ ਵਧਣਗੀਆਂ, ਸੇਵਿੰਗ ਵਧੂਗੀ ਤਾਂ ਇਨਵੈਸਟਮੈਂਟ ਵਧੂਗਾ। ਇਸ ਤਰ੍ਹਾਂ ਨਾਲ ਇਕੋਨਮੀ ਦਾ ਵਿਕਾਸ ਹੁੰਦਾ ਰਹੂਗਾ। ਸੇਵਿੰਗ ਦੇ ਵਿੱਚ ਵੀ ਇੰਡੀਵਿਜ਼ੂਅਲਿਟੀ ਪਾਈ ਜਾਂਦੀ ਹੈ, ਸੇਵਿੰਗਸ ਵੀ ਵੱਡੇ ਲੈਵਲ ਤੇ ਕੀਤੀਆਂ ਜਾਣਗੀਆਂ ਤਾਂ ਇਨਵੈਸਟਮੈਂਟ ਵੀ ਵੱਧ ਹੋਊਗਾ। ਤਾਂ ਹੁਣ ਆਪਾਂ ਪੜਾਂਗੇ ਫੀਚਰਸ ਆਫ ਥਿਊਰੀ ਆਫ ਬਿਗ ਪੁਸ਼। ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ, ਵੈਸੇ ਤਾਂ ਆਪਾਂ ਪੜ੍ਹ ਚੁੱਕੇ ਹਾਂ, ਸਾਰਾ ਪਤਾ ਲੱਗ ਚੁੱਕਿਆ ਕਿ ਕੀ ਹੈ ਬਿਗ ਪੁਸ਼ ਥਿਊਰੀ। ਫਿਰ ਵੀ ਪਹਿਲੀ ਵਿਸ਼ੇਸ਼ਤਾ ਇਹਦੀ ਹੈਗੀ ਹੈ ਮੈਸਿਵ ਇਨਵੈਸਟਮੈਂਟ, ਵੱਡੇ ਪੈਮਾਨੇ ਤੇ ਨਿਵੇਸ਼। ਇਨਵੈਸਟਮੈਂਟ ਵੱਡੇ ਸਕੇਲ ਦੇ ਉੱਤੇ ਕਰਿਆ ਜਾਣਾ ਚਾਹੀਦਾ। ਬਿਗ ਪੁਸ਼ ਥਿਊਰੀ ਦੀ ਇਹ ਵਿਸ਼ੇਸ਼ਤਾ, ਇਹਦੇ ਵਿੱਚ ਇਹ ਦੱਸਿਆ ਗਿਆ ਵੱਧ ਤੋਂ ਵੱਧ ਇਨਵੈਸਟਮੈਂਟ ਕਰਿਆ ਜਾਣਾ ਚਾਹੀਦਾ। ਅਗਲੀ ਵਿਸ਼ੇਸ਼ਤਾ ਹੈਗੀ ਹੈ ਇਨਵੈਸਟਮੈਂਟ ਇਨ ਡਿਫਰੈਂਟ ਸੈਕਟਰਸ, ਅਲੱਗ-ਅਲੱਗ ਖੇਤਰਾਂ ਦੇ ਵਿੱਚ ਨਿਵੇਸ਼। ਸਾਰੇ ਸੈਕਟਰ ਹੈ ਜਿਹੜੇ ਅਲੱਗ-ਅਲੱਗ ਸੈਕਟਰ ਹੈ, ਜਿਵੇਂ ਐਗਰੀਕਲਚਰ ਹੈ, ਇੰਡਸਟਰੀ ਹੈ, ਸਰਵਿਸ ਸੈਕਟਰ ਹੈ, ਸਾਰਿਆਂ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਣਾ ਚਾਹੀਦਾ, ਇੱਕੋ ਵੇਲੇ ਇਨਵੈਸਟਮੈਂਟ ਕੀਤਾ ਜਾਣਾ ਚਾਹੀਦਾ। ਫਿਰ ਹੈਗਾ ਪਲੈਨਡ ਇੰਡਸਟਰੀਲਾਈਜੇਸ਼ਨ, ਯੋਜਨਾਬੱਧ ਉਦਯੋਗੀਕਰਨ, ਉਦਯੋਗਾਂ ਦਾ ਵਿਕਾਸ ਕਰਨ ਵਾਸਤੇ ਵੱਧ ਤੋਂ ਵੱਧ ਹੈਗੀ ਜਿਹੜੀ ਇੰਡਸਟਰੀ ਸਥਾਪਿਤ ਕਰਨੀਆਂ ਚਾਹੀਦੀਆਂ। ਪਲੈਨਿੰਗ ਕਰਨੀ ਚਾਹੀਦੀ ਹੈ ਵੀ ਕਿਹੜੀ ਇੰਡਸਟਰੀਜ਼ ਹੈ ਜਿਹੜੀਆਂ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਵੇ। ਪਲੈਨਿੰਗ ਕਰਕੇ ਇੰਡਸਟਰੀਲਾਈਜੇਸ਼ਨ ਕਰਨਾ ਚਾਹੀਦਾ ਤਾਂ ਵੱਧ ਤੋਂ ਵੱਧ ਇਨਵੈਸਟਮੈਂਟ ਦੇ ਨਾਲ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕੇ। ਤਾਂ ਹੁਣ ਆਪਾਂ ਪੜ੍ਹਦੇ ਹਾਂ ਇਸ ਦਾ ਕਨਕਲੂਜਨ। ਰੋਜਨ ਸਟੀਲ ਉਡਾਨ ਨੇ ਕੀ ਦੱਸਿਆ ਹੈਗਾ, ਜਿਹੜੇ ਅੰਡਰ ਡਿਵੈਲਪਡ ਇਕੋਨਮੀਜ਼ ਹੈ ਉਹਨਾਂ ਨੂੰ ਵੱਡੇ ਧੱਕੇ ਦੀ ਲੋੜ ਹੁੰਦੀ ਹੈ, ਉਹਨਾਂ ਨੂੰ ਬਿਗ ਪੁਸ਼ ਦੀ ਲੋੜ ਹੁੰਦੀ ਹੈ, ਕਿਉਂਕਿ ਉੱਥੇ ਵਿਕਾਸ ਬਹੁਤ ਘੱਟ ਹੁੰਦਾ ਹੈ। ਜੇ ਉਹਨਾਂ ਨੇ ਆਪਣਾ ਵਿਕਾਸ ਕਰਨਾ ਹੈ, ਆਪਣੀ ਇਕੋਨਮੀ ਨੂੰ ਅੱਗੇ ਤੋਰਨਾ ਹੈ, ਤਾਂ ਵੱਡੇ ਲੈਵਲ ਦੇ ਉੱਤੇ, ਵੱਡੇ ਸਕੇਲ ਦੇ ਉੱਤੇ ਇਨਵੈਸਟਮੈਂਟ ਕਰਨਾ ਚਾਹੀਦਾ ਹੈ। ਥੋੜ੍ਹੀ ਮਾਤਰਾ ਦੇ ਵਿੱਚ ਜੇ ਉਹ ਇਨਵੈਸਟਮੈਂਟ ਕਰਨਗੇ ਤਾਂ ਉਹਦੇ ਨਾਲ ਕੋਈ ਉਹਨਾਂ ਨੂੰ ਫਾਇਦਾ ਨਹੀਂ ਹੋਊਗਾ। ਵੱਡੇ ਸਕੇਲ ਦੇ ਉੱਤੇ ਜਾਂ ਵੱਡੇ ਲੈਵਲ ਦੇ ਉੱਤੇ ਇਸ ਕਰਕੇ ਇਨਵੈਸਟਮੈਂਟ ਕੀਤਾ ਜਾਂਦਾ ਹੈ ਕਿਉਂਕਿ ਇਨਵੈਸਟਮੈਂਟ ਦੇ ਵਿੱਚ ਇੰਡੀਵਿਜ਼ੂਅਲਿਟੀਜ਼ ਪਾਈਆਂ ਜਾਂਦੀਆਂ। ਇਹਨਾਂ ਸਾਰੀਆਂ ਇੰਡੀਵਿਜ਼ੂਅਲਿਟੀਜ਼ ਦੇ ਕਾਰਨ ਇਨਵੈਸਟਮੈਂਟ ਜ਼ਿਆਦਾ ਮਾਤਰਾ 'ਚ ਕਰਨਾ ਚਾਹੀਦਾ ਹੈ। ਜਦੋਂ ਇਨਵੈਸਟਮੈਂਟ ਜ਼ਿਆਦਾ ਮਾਤਰਾ 'ਚ ਕੀਤਾ ਜਾਊਗਾ ਤਾਂ ਸਾਰੀਆਂ ਇੰਡਸਟਰੀਜ਼ ਨੂੰ ਬਾਹਰੀ ਬਚਤਾਂ ਪ੍ਰਾਪਤ ਹੋਣਗੀਆਂ, ਐਕਸਟਰਨਲ ਇਕੋਨਮੀਜ਼ ਪ੍ਰਾਪਤ ਹੋਣਗੀਆਂ। ਇਹਨਾਂ ਐਕਸਟਰਨਲ ਇਕੋਨਮੀਜ਼ ਨੂੰ ਯੂਜ਼ ਕਰਕੇ ਅਗਲੀ ਵਾਰੀ ਇਨਵੈਸਟਮੈਂਟ ਕੀਤਾ ਜਾਊਗਾ, ਕੈਪੀਟਲ ਫਾਰਮੇਸ਼ਨ ਹੋਊਗੀ ਅਤੇ ਜਿਹੜੀ ਇਕੋਨਮੀ ਹੈਗੀ ਹੈ ਉਹਦਾ ਵਿਕਾਸ ਹੋਊਗਾ। ਥੈਂਕ ਯੂ ਸਟੂਡੈਂਟਸ।